ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਸ਼ਹੀਦ ਕੀਤਾ। ਮੈਂ ਉਹਨਾਂ ਦੀ ਸ਼ਹੀਦੀ ਦਿਨ ਦੇ ਉੱਤੇ ਪੂਰੀ ਕੌਮ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਵੀ ਸਿੱਖਾਂ ਦੇ ਪ੍ਰਤੀ ਪਾਲਿਸੀਆਂ ਨੀਤੀਆਂ ਉਹੀ ਨੇ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖਤਮ ਕੀਤਾ ਜਾਏ। ਬਸ ਫਰਕ ਸਿਰਫ ਹੈ ਕਿ ਢੰਗ ਤਰੀਕੇ ਜਿਹੜੇ ਨੇ ਉਹ ਬਦਲ ਲਏ ਗਏ ਨੇ। ਪਹਿਲਾਂ ਗੋਲੀ ਨਾਲ ਮਾਰਿਆ ਜਾਂਦਾ ਸੀ, ਤਸੀਹੇ ਦੇ ਕੇ ਮਾਰਿਆ ਜਾਂਦਾ ਸੀ। ਅੱਜ ਸਾਨੂੰ ਆਪਸ ਦੇ ਵਿੱਚ ਲੜਾ ਕੇ ਬੌਧਿਕ ਤੌਰ ਦੇ ਉੱਤੇ ਕੰਗਾਲ ਕਰਕੇ ਮਾਰਿਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, 80 ਤੋਂ 90 ਦਾ ਦੌਰ ਇੱਕ ਅਜਿਹਾ ਦੌਰ ਸੀ ਜਿਸ ਨੂੰ ਸਿੱਖ ਕੌਮ ਕਦੇ ਵੀ ਨਹੀਂ ਭੁਲਾ ਸਕਦੀ, ਕਿਉਂਕਿ ਉਸ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਬਹੁਤ ਸਾਰੇ ਅਜਿਹੇ ਬੁੱਚੜ ਚਿੰਪੜੇ ਹੋਏ ਸਨ ਜੋ ਘਰਾਂ 'ਚੋਂ ਮਾਵਾਂ ਦੇ ਜਵਾਨ ਪੁੱਤ ਲੱਭ ਕੇ ਕੋ ਕੇ ਝੂਠੇ ਮੁਕਾਬਲੇ ਉਹਨਾਂ ਦੇ ਕਰਦੇ ਸਨ। ਝੂਠੇ ਮਾਮਲੇ ਪਾ ਕੇ ਉਹਨਾਂ ਨੂੰ ਬੇਮੌਤ ਮਾਰ ਦਿਆ ਕਰਦੇ ਸਨ। ਆਪਣੀਆਂ ਚਾਰ ਫੀਤੀਆਂ ਲਹਾ ਸਟਾਰ ਲਵਾਉਣ ਵਾਸਤੇ, ਆਪਣੇ ਸਟਾਰ ਲਹਾ ਵੱਡੇ ਅਹੁਦੇ ਤੱਕ ਜਾਣ ਵਾਸਤੇ, ਤੇ ਕੁਝ ਘਟੀਆ ਸਿਆਸਤਦਾਨਾਂ ਨੂੰ ਖੁਸ਼ ਕਰਨ ਵਾਸਤੇ, ਤੇ ਖਾਲਸੇ ਦੀ ਸੱਚੀ ਆਵਾਜ਼ ਨੂੰ ਨੇਸਤੋਂ ਨਾਬੂਦ ਕਰਨ ਵਾਸਤੇ। ਤੇ ਜੋ ਕਾਂਡ ਸਿੱਖ ਕੌਮ ਦੇ ਨਾਲ ਵਾਪਰਿਆ, ਇਹ ਦੁਨੀਆ ਨੂੰ ਪਤਾ ਹੀ ਨਹੀਂ ਸੀ ਲੱਗਣਾ ਜੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨਾ ਹੁੰਦੇ। ਜਦੋਂ ਕਿਸੇ ਆਪਣੇ ਦੀ ਗੁੰਮਸ਼ੁਦਾ ਲਾਸ਼ ਦਾ ਪਤਾ ਕਰਨ ਵਾਸਤੇ ਉਹ ਮਿਊਨਿਸਪਲ ਕਮੇਟੀ ਦੇ ਦਫ਼ਤਰ ਗਏ, ਜਦੋਂ ਉਹਨਾਂ ਦੀ ਰਜਿਸਟਰ ਤੇ ਨਜ਼ਰ ਪਈ ਤਾਂ ਰਜਿਸਟਰ ਉੱਤੇ ਅਣਪਛਾਤੀਆਂ ਲਾਸ਼ਾਂ ਲਿਖ ਕੇ ਕਿੰਨਿਆਂ ਦੇ ਹੀ ਸੰਸਕਾਰ ਕੀਤੇ ਗਏ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਸੰਸਕਾਰ ਵੇਖ ਕੇ ਉਹਨਾਂ ਨੂੰ ਬਹੁਤ ਅਜੀਬ ਲੱਗਿਆ, ਤੇ ਜਦੋਂ ਉਹਨਾਂ ਨੇ ਇਸ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਅਜਿਹਾ ਸੱਚ ਦੁਨੀਆ ਦੇ ਸਾਹਮਣੇ ਆਇਆ ਜਿਸ ਨੇ ਦੁਨੀਆ ਦੇ ਪੈਰਾਂ ਥੱਲਿਓਂ ਜ਼ਮੀਨ ਹੀ ਕੱਢ ਦਿੱਤੀ। ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ 25,000 ਲਵਾਰਸ ਸਿੱਖਾਂ ਦੀਆਂ ਲਾਸ਼ਾਂ ਦੇ ਵਾਰਸ ਬਣ ਗਏ ਸਨ। ਉਹਨਾਂ ਨੇ ਉਹ ਗੁਨਾਹ ਸਾਡੇ ਆਪਣੇ ਸਿਆਸਤਦਾਨਾਂ ਦੇ, ਉਹਨਾਂ ਖਾਕੀਧਾਰੀਆਂ ਦੇ ਸਾਹਮਣੇ ਲਿਆ ਖੜੇ ਕਰ ਦਿੱਤੇ ਸੀ, ਜਿਨ੍ਹਾਂ ਨੇ ਬੇਕਸੂਰੇ ਘਰਾਂ 'ਚੋਂ ਕੱਢ ਕੋ ਮੌਤ ਦੇ ਘਾਟ ਉਤਾਰੇ। ਮਾਵਾਂ ਅੱਜ ਵੀ ਉਡੀਕ ਰਹੀਆਂ ਨੇ ਉਹਨਾਂ ਵਿੱਚੋਂ ਕਿੰਨਿਆਂ ਦੀਆਂ ਕਿ ਸ਼ਾਇਦ ਘਰੋਂ ਪੁੱਤ ਨੂੰ ਪੁਲਿਸ ਲੈ ਗਈ ਸੀ, ਅੱਜ ਨਹੀਂ ਤਾਂ ਕੱਲ੍ਹ ਪੁੱਤ ਵਾਪਸ ਆ ਜਾਵੇਗਾ, ਸ਼ਾਇਦ ਕਿਸੇ ਜੇਲ੍ਹ 'ਚ ਸੜਦਾ ਹੋਣਾ ਹੈ। ਕਦੇ ਨਾ ਕਦੇ ਪੁਲਿਸ ਨੂੰ ਤਰਸ ਆਏਗਾ ਤੇ ਪੁਲਿਸ ਉਸ ਨੂੰ ਰਿਹਾ ਕਰੇਗੀ। ਪਰ ਉਹ ਮਾਵਾਂ ਕੀ ਜਾਣਦੀਆਂ ਸੀ ਕਿ ਇਹਨਾਂ ਵਰਦੀਧਾਰੀਆਂ ਨੇ, ਇਹਨਾਂ ਬੁੱਚੜਾਂ ਨੇ ਝੂਠੇ ਮੁਕਾਬਲੇ ਬਣਾ ਉਹ ਮੌਤ ਦੇ ਘਾਟ ਉਤਾਰ ਦਿੱਤੇ ਨੇ, ਤੇ ਲਵਾਰਸ ਲਾਸ਼ਾਂ ਲਿਖ ਉਹਨਾਂ ਨੂੰ ਸਾੜ ਵੀ ਦਿੱਤਾ ਹੈ, ਸੰਸਕਾਰ ਵੀ ਉਹਨਾਂ ਦੇ ਕਰ ਦਿੱਤੇ ਨੇ। ਪਰ ਜਿਸ ਇਨਸਾਨ ਨੇ ਇਹਨਾਂ 25,000 ਲਾਸ਼ਾਂ ਤੋਂ ਪਰਦਾ ਬੇਨਕਾਬ ਕੀਤਾ, ਸਰਕਾਰ ਦੀਆਂ ਪੁਲਿਸ ਦੀਆਂ ਅਜਿਹੀਆਂ ਗੰਦੀਆਂ ਨੀਤੀਆਂ ਨੂੰ ਬੇਨਕਾਬ ਕੀਤਾ, ਅੱਜ ਉਹ ਦਿਨ ਹੈ ਜਿਸ ਦਿਨ 25,000 ਸਿੱਖਾਂ ਦੀਆਂ ਲਵਾਰਸ ਲਾਸ਼ਾਂ ਦਾ ਵਾਰਸ ਭਾਈ ਜਸਵੰਤ ਸਿੰਘ ਖਾਲੜਾ ਆਪ ਇੱਕ ਲਵਾਰਸ ਲਾਸ਼ ਬਣ ਕੇ ਗੁੰਮਸ਼ੁਦਾ ਹੋ ਗਿਆ। ਤੇ ਇਸ ਦੇ ਉੱਤੇ ਜਿਸ ਤੋਂ ਬਾਅਦ ਇਨਸਾਨੀਅਤ ਹੀ ਸ਼ਰਮਸਾਰ ਹੋ ਗਈ, ਜਿਸ ਤੋਂ ਬਾਅਦ ਸਿੱਖ ਕੌਮ ਦਾ ਭਰੋਸਾ ਇਸ ਸਿਸਟਮ ਤੋਂ, ਇਸ ਸਿਆਸਤ ਤੋਂ ਉੱਠ ਗਿਆ, ਕਿਉਂਕਿ ਇਹ ਹੁਣ ਜੱਗ ਜ਼ਾਹਿਰ ਹੋ ਚੁੱਕਿਆ ਸੀ ਕਿ ਜਿਸ ਨੇ ਵੀ ਹੱਕ ਸੱਚ ਦੀ ਗੱਲ ਕੀਤੀ, ਜਿਸ ਨੇ ਵੀ ਇਹਨਾਂ ਘਟੀਆ ਸਿਆਸਤਦਾਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਜਾਂ ਜਿਸ ਨੇ ਵੀ ਖਾਕੀ ਧਾਰਨ ਕਰਨ ਵਾਲੇ ਬੁੱਚੜਾਂ ਦੇ ਪਰਦੇ ਫਾਸ਼ ਕੀਤੇ, ਉਹ ਨਹੀਂ ਬਚ ਸਕਦੇ। ਆਖਿਰ ਇਸ ਸਾਰੇ ਮਾਮਲੇ ਦੇ ਉੱਤੇ ਕੀ ਕਹਿ ਰਹੇ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ? ਮਾਰਦੇ ਇੱਕ ਨਜ਼ਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਕੌਮ ਦਾ ਨਾਯਾਬ ਹੀਰਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਾ ਕੇ ਹਕੂਮਤ ਵੱਲੋਂ ਘਿਨਾਉਣੇ ਪਾਪ ਨੂੰ ਉਜਾਗਰ ਕੀਤਾ। ਦਿੱਲੀ ਦੀ ਸਰਕਾਰ ਨੇ ਬੇਗੁਨਾਹ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੀਬੀਆਂ, ਬੱਚਿਆਂ ਤੱਕ ਨੂੰ ਜਿਹੜਾ ਹੈ ਉਹ ਕੋ ਕੇ ਆਪਣੀ ਸਰਕਾਰੀ ਕਰਿੰਦਿਆਂ ਦੇ ਰਾਹੀਂ ਮਰਵਾਇਆ, ਔਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਦਾ ਸੰਸਕਾਰ ਜਿਹੜਾ ਉਹ ਕਰ ਦਿੱਤਾ। ਇਹ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਹੀ ਸਨ, ਜਿਨ੍ਹਾਂ ਨੇ ਮੌਤ ਦੀ ਪਰਵਾਹ ਕੀਤੇ ਬਿਨਾਂ ਸੁੱਖ ਆਰਾਮ ਤਿਆਗ ਕੇ
ਉਹਨਾਂ ਅਣਪਛਾਤੀਆਂ ਸਿੱਖ ਨੌਜਵਾਨੀ ਸਿੱਖਾਂ ਦੀਆਂ ਲਾਸ਼ਾਂ ਨੂੰ ਖੋਜਣਾ ਸ਼ੁਰੂ ਕੀਤਾ ਤੇ 25,000 ਦੇ ਕਰੀਬ ਉਹਨਾਂ ਨੇ ਅਣਪਛਾਤੀਆਂ ਕਹਿ ਕੇ ਸੰਸਕਾਰੀਆਂ ਸਿੱਖਾਂ ਦੀਆਂ ਲਾਸ਼ਾਂ ਨੂੰ ਉਜਾਗਰ ਕੀਤਾ ਔਰ ਇਸ ਨੂੰ ਦੁਨੀਆ ਭਰ ਦੇ ਮੰਚ ਦੇ ਉੱਤੇ ਜਿਹੜਾ ਹੈ ਉਹ ਚੁੱਕਿਆ। ਅੱਜ ਦੇ ਦਿਨ ਕਾਨੂੰਨੀ ਹਕੂਮਤ ਨੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਸ਼ਹੀਦ ਕੀਤਾ। ਮੈਂ ਉਹਨਾਂ ਦੇ ਸ਼ਹੀਦੀ ਦਿਨ ਦੇ ਉੱਤੇ ਪੂਰੀ ਕੌਮ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਵੀ ਸਿੱਖਾਂ ਦੇ ਪ੍ਰਤੀ ਪਾਲਿਸੀਆਂ ਨੀਤੀਆਂ ਉਹੀ ਨੇ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਖਤਮ ਕੀਤਾ ਜਾਏ। ਬਸ ਫਰਕ ਸਿਰਫ ਹੈ ਕਿ ਢੰਗ ਤਰੀਕੇ ਜਿਹੜੇ ਨੇ ਉਹ ਬਦਲ ਲਏ ਗਏ ਨੇ। ਪਹਿਲਾਂ ਗੋਲੀ ਨਾਲ ਮਾਰਿਆ ਜਾਂਦਾ ਸੀ, ਤਸੀਹੇ ਦੇ ਕੇ ਮਾਰਿਆ ਜਾਂਦਾ ਸੀ। ਅੱਜ ਸਾਨੂੰ ਆਪਸ ਦੇ ਵਿੱਚ ਲੜਾ ਕੇ ਬੌਧਿਕ ਤੌਰ ਦੇ ਉੱਤੇ ਕੰਗਾਲ ਕਰਕੇ ਮਾਰਿਆ ਜਾ ਰਿਹਾ ਹੈ। ਕੌਮ ਸਾਵਧਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰ ਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਜੇਕਰ ਅਸੀਂ ਸਿੱਖ ਕੌਮ ਨੂੰ ਬਚਾਉਣਾ ਹੈ, ਜੇਕਰ ਅਸੀਂ ਵਾਕਈ ਹੀ ਖਾਲਸਾ ਰਾਜ ਨਾਲ ਪਿਆਰ ਕਰਦੇ ਹਾਂ, ਖਾਲਸਾ ਪੰਥ ਨਾਲ ਪਿਆਰ ਕਰਦੇ ਹਾਂ, ਤਾਂ ਅੱਜ ਸਾਨੂੰ ਆਪਸੀ ਮਤਭੇਦ ਮਿਟਾਉਣੇ ਹੋਣਗੇ। ਕਿਉਂਕਿ ਖਾਲਸਾ ਕੌਮ ਦੇ ਵਿੱਚ ਹੀ ਇੰਨੀਆਂ ਫੁੱਟਾਂ ਪਾ ਦਿੱਤੀਆਂ ਗਈਆਂ ਨੇ, ਇੰਨੇ ਧੜੇ, ਇੰਨੇ ਜਥੇ, ਇੰਨੀਆਂ ਮਰਿਆਦਾਵਾਂ ਵਾੜ ਦਿੱਤੀਆਂ ਗਈਆਂ ਨੇ ਕਿ ਸਿੱਖ ਹੀ ਸਿੱਖ ਦਾ ਦੁਸ਼ਮਣ ਹੋ ਗਿਆ ਹੈ। ਤੇ ਸਾਨੂੰ ਸਿਆਣਿਆਂ ਦੀ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ। ਤੇ ਅੱਜ ਸਰਕਾਰਾਂ ਇਹ ਕਰਨ ਵਿੱਚ ਕਾਮਯਾਬ ਹੋ ਗਈਆਂ ਨੇ ਕਿਉਂਕਿ ਸਿੱਖਾਂ ਨੂੰ ਕੋਈ ਹੋਰ ਮਾਰ ਜੇ ਇਸ ਦੀ ਤਾਂ ਕਿਸੇ 'ਚ ਹਿੰਮਤ ਨਹੀਂ। ਪਰ ਅੱਜ ਸਿੱਖ ਆਪ ਸਿੱਖ ਦਾ ਦੁਸ਼ਮਣ ਬਣ ਬੈਠਾ ਹੈ। ਕੁਝ ਆਪਣੀਆਂ ਗੰਦੀਆਂ ਸਕੋਝੀਆਂ ਚਾਲਾਂ ਕਰਕੇ, ਕੁਝ ਆਪਣੀਆਂ ਅਹੁਦੇਦਾਰੀਆਂ ਕਰਕੇ ਤੇ ਕੁਝ ਆਪਣੀਆਂ ਕੁਰਸੀਆਂ ਬਚਾਉਣ ਕਰਕੇ ਆਪ ਹੀ ਆਪਣੇ ਭਰਾਵਾਂ ਭੈਣਾਂ ਨੂੰ ਆਪਸ ਵਿੱਚ ਲੜਾ ਰਹੇ ਨੇ, ਮਰਵਾ ਰਹੇ ਨੇ ਤੇ ਲਾਸ਼ਾਂ ਉੱਤੇ ਆਪਣੀਆਂ ਸਿਆਸੀ ਰੋਟੀਆਂ ਸੇਕੀ ਜਾ ਰਹੇ ਨੇ। ਇਸ ਲਈ ਅੱਜ ਵੀ ਜੇਕਰ ਸਿੱਖ ਕੌਮ ਅੱਖਾਂ ਖੋਲ੍ਹ ਲਵੇ, ਇਕਜੁੱਟ ਇੱਕ ਮੁੱਠ ਹੋ ਜਾਵੇ, ਇਹਨਾਂ ਰਵਾਇਤੀ ਪਾਰਟੀਆਂ ਅਕਾਲੀ, ਭਾਜਪਾ, ਕਾਂਗਰਸ ਵਰਗੀਆਂ ਨੂੰ ਦਰਕਿਨਾਰ ਕਰਕੇ ਕਿਸੇ ਚੰਗੀ ਧਿਰ ਨੂੰ ਬਹੁਮਤ ਦੇ ਕੇ ਸੱਤਾ ਤੇ ਕਾਬਜ਼ ਕਰੇ ਤਾਂ ਹੋ ਸਕਦਾ ਹੈ ਕੱਲ੍ਹ ਪੰਜਾਬ ਦਾ ਭਵਿੱਖ ਅਸੀਂ ਸੰਵਾਰ ਸਕੀਏ, ਬਚਾ ਸਕੀਏ, ਲਵਾਰਸ ਲਾਸ਼ਾਂ ਦੇ ਵਾਰਸ ਨੂੰ ਵੀ ਇਨਸਾਫ ਦਿਵਾ ਸਕੀਏ, ਉੱਜੜਦਾ ਹੋਇਆ ਪੰਜਾਬ ਮੁੜ ਹਰਾ ਭਰਾ ਕਰਵਾ ਸਕੀਏ। ਅੰਤ ਤੱਕ ਗੁਰਬਾਣੀ ਅਖੰਡ ਬਾਣੀ ਵੱਲੋਂ ਵੀ ਅਸੀਂ ਦਿਲੋਂ 25,000 ਲਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਦਿਲੋਂ ਸ਼ਰਧਾਂਜਲੀ ਦਿੰਦੇ ਹਾਂ, ਨਮਨ ਕਰਦੇ ਹਾਂ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਤਾਂ ਜੋ ਇਹ ਸੁਨੇਹਾ ਹਰ ਕਿਸੇ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।